ਤਾਂ ਜੰਮੂ ਕਸ਼ਮੀਰ ਤੋਂ ਖਬਰ ਹੈ ਕਿ ਕੁਲਗਾਮ ਹਮਲੇ ਦੇ ਵਿੱਚ ਜ਼ਖਮੀ ਦੂਜੇ ਨੌਜਵਾਨ ਨੇ ਦਮ ਤੋੜ ਦਿੱਤਾ ਹੈ। ਬਹੁਤ ਮੰਦਭਾਗੀ ਖਬਰ ਆ ਰਹੀ ਹੈ। ਅੱਤਵਾਦੀ ਹਮਲੇ ਦੇ ਵਿੱਚ ਜ਼ਖਮੀ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ। ਕੱਲ ਅੱਤਵਾਦੀਆਂ ਨੇ ਮਜ਼ਦੂਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਮਜ਼ਦੂਰ ਦੀ ਕੱਲ ਹੀ ਮੌਤ ਹੋ ਗਈ ਸੀ ਤਾਂ ਇੱਕ ਦੀ ਮਜ਼ਦੂਰ ਦੀ ਮੌਤ ਅੱਜ ਹੋ ਗਈ। ਤਾਂ ਛੱਤੀਸਗੜ੍ਹ ਦੇ ਰਹਿਣ ਵਾਲੇ ਦੋਵੇਂ ਮਜ਼ਦੂਰਾਂ ਨੂੰ ਕੁਲਗਾਮ ਦੇ ਵਿੱਚ ਸ਼ਿਕਾਰ ਬਣਾਇਆ ਗਿਆ। ਮਜ਼ਦੂਰਾਂ ਦਾ ਸ਼ਿਕਾਰ ਖੇਡਿਆ ਗਿਆ ਹੈ। ਸਰਚ ਆਪਰੇਸ਼ਨ ਹਾਲਾਂਕਿ ਕੁਲਗਾਮ ਦੇ ਵਿੱਚ ਜਾਰੀ ਹੈ ਪਰ हर सेंसिटिव एरिया ਦੇ ਵਿੱਚੋਂ ਕੁਲਗਾਮ ਔਰ ਜੰਮੂ ਕਸ਼ਮੀਰ ਆਉਂਦਾ ਜਿੱਥੇ ਕਿ ਹਰ 30 ਮੀਟਰ ਤੇ ਤੁਹਾਨੂੰ ਕੋਈ ਨਾ ਕੋਈ ਸੁਰੱਖਿਆ ਬਲ ਮਿਲੇਗਾ। ਜਿਸ ਤਰੀਕੇ ਦੇ ਹਾਲਾਤ ਨੇ ਪਰ ਕਿਵੇਂ ਨਾਮ ਪੁੱਛ ਕੇ ਸ਼ੂਟ ਆਊਟ ਕੀਤਾ ਗਿਆ ਯਾਨੀ ਕਿ ਜੰਮੂ ਕਸ਼ਮੀਰ ਦੇ ਵਿੱਚ ਦੇਸ਼ ਦੇ ਉਹਨਾਂ ਮਜ਼ਦੂਰ ਭਰਾਵਾਂ ਦਾ ਸ਼ਿਕਾਰ ਖੇਡਿਆ ਗਿਆ ਹੈ। ਇਸ ਸ਼ਿਕਾਰ ਨੂੰ ਲੈ ਕੇ ਸਰਚ ਆਪਰੇਸ਼ਨ ਜਿੱਥੇ ਜਾਰੀ ਹੈ ਤਾਂ ਜ਼ਖਮੀ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਇੱਕ ਮੌਤ ਹੋਈ ਤਾਂ ਇੱਕ ਇਨਫੋਰਮੇਸ਼ਨ ਹੋਰ ਆ ਰਹੀ ਹੈ ਕਿ ਇੱਕ ਹੋਰ ਮਜ਼ਦੂਰ ਨੇ ਦਮ ਤੋੜ ਦਿੱਤਾ ਹੈ। ਫਿਲਹਾਲ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ। ਪੋਸਟਮਾਰਟਮ ਦੀ ਪ੍ਰਕਿਰਿਆ ਅਮਲ ਦੇ ਵਿੱਚ ਲੈਂਦੀ ਜਾ ਰਹੀ ਹੈ ਤੇ ਪਤਾ ਕੀਤਾ ਜਾ ਰਿਹਾ ਹੈ ਕਿ ਕੌਣ ਲੋਕ ਨੇ ਜਿਨ੍ਹਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵੀ ਇਨਫੋਰਮੇਸ਼ਨ ਹੈ ਕਿ ਨਾਮ ਪੁੱਛਿਆ ਤਾਂ ਫਿਰ ਗੋਲੀ ਮਾਰ ਦਿੱਤੀ ਗਈ। रूस ਵਿੱਚ ਫਸੇ ਭਾਰਤੀਆਂ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਵਿਦੇਸ਼ ਮੰਤਰਾਲੇ ਦਾ ਸਭ ਤੋਂ ਵੱਡਾ ਬਿਆਨ ਹੈ ਕਿ ਹੁਣ ਤੱਕ 139 ਭਾਰਤੀ ਨਾਗਰਿਕਾਂ ਨੂੰ ਮੁਲਕ ਲਿਆਂਦਾ ਗਿਆ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਫ ਇੰਡੀਆ ਨੇ ਵੱਡੀ ਸਟੇਟਮੈਂਟ ਦਿੱਤੀ ਹੈ। ਰੂਸ ਫੌਜ ਵਿੱਚ ਹਾਲੇ ਵੀ ਕਰੀਬ 24 ਭਾਰਤੀ ਨੇ। ਰੂਸ ਦੇ ਨਾਲ ਲਗਾਤਾਰ ਭਾਰਤ ਦੀ ਸਰਕਾਰ ਸੰਪਰਕ ਦੇ ਵਿੱਚ ਹੈ। ਨੌਕਰੀ ਦੇ ਝੂਠੇ ਵਿਦੇਸ਼ੀ ਆਫਰਸ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਦਰਅਸਲ ਰੂਸ ਔਰ ਯੂਕਰੇਨ ਵਿੱਚ ਜੰਗ ਲੱਗੀ ਹੋਈ ਹੈ। ਇਸ ਜੰਗ ਦੇ ਦਰਮਿਆਨ ਰੂਸ ਵਿੱਚ ਭਰਤੀ ਦੇ ਨਾਮ ਤੇ ਲੱਖਾਂ ਡਾਲਰ ਦਾ ਲਾਲਚ ਦਿੱਤਾ ਜਾਂਦਾ ਹੈ ਕਿ ਜੇ ਤੁਹਾਨੂੰ $20,000 ਆਮ ਨੌਕਰੀ ਤੋਂ ਮਿਲਦਾ ਤਾਂ ਤੁਹਾਨੂੰ $60,000 ਤੱਕ ਦਿੱਤੇ ਜਾਣਗੇ। ਐਡੇ ਐਡੇ ਵੱਡੇ ਪੈਕੇਜ ਦਾ ਜਿਹੜਾ ਉਹ ਹਵਾਲਾ ਦਿੱਤਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਜਿਹੜੇ ਨੌਜਵਾਨ ਨੇ ਉਹ ਖੁਦ ਜੁਆਇਨ ਵੀ ਕਰਦੇ ਹੈ ਰੂਸ ਦੀ ਆਰਮੀ ਨੂੰ ਕਿਉਂਕਿ ਜੰਗ ਲੱਗੀ ਹੋਈ ਹੈ। ਫਰੰਟ ਲਾਈਨ ਤੇ ਲੜਿਆ ਜਾ ਰਿਹਾ ਕਿਉਂਕਿ ਇਸ ਟਾਈਮ ਰੂਸ ਦੇ ਕੋਲੇ ਜੰਗ ਵਿੱਚ ਲੜਨ ਦੇ ਲਈ ਫਰੰਟ ਲਾਈਨ ਤੇ ਜਿਹੜੇ ਆ ਉਹ ਆਰਮੀ ਮੈਨ ਨਹੀਂ ਹਨ, ਉਹ ਕਾਰਕੁਨ ਨਹੀਂ ਹਨ ਜਿਹੜੇ ਜੰਗ ਲੜ ਸਕਣ। ਇਸ ਕਰਕੇ ਦੂਜੇ ਮੁਲਕਾਂ ਤੋਂ ਜਿਹੜੇ ਲੋਕ ਵਰਕ ਪਰਮਿਟ ਤੇ ਜਾਂਦੇ ਆ ਉਹਨਾਂ ਨੂੰ ਇਹ ਲਾਲਚ ਦਿੱਤੇ ਜਾਂਦੇ ਆ ਤੇ ਫਿਰ ਆਰਮੀ ਜੁਆਇਨ ਕਰਵਾ ਲਈ ਜਾਂਦੀ ਹੈ ਤੇ ਫਿਰ ਜਦੋਂ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਹੁੰਦਾ ਤਾਂ ਫਿਰ ਉਹਨਾਂ ਦੇ ਘਰਦਿਆਂ ਨੂੰ ਪੈਸੇ ਦੇਣ ਦਾ ਭਰੋਸਾ ਵੀ ਰੂਸ ਵੱਲੋਂ ਦਿੱਤਾ ਜਾਂਦਾ ਹੈ। We have been following up with the Russian side for the release of the remaining Indian nationals in the Russian army. So far our efforts have led to the release of 139 Indian nationals. We continue to pursue the release of the remaining 24 Indian nationals who are reportedly in the Russian army. At the same time, we would in response to your question, also once again we would like to caution our people against job offers that are fraught with risk and made by unscrupulous individuals and agencies. ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾੜੀ ਸ਼ਬਦਾਵਲੀ ਵਰਤਣ ਵਾਲੇ ਬੱਚਿਆਂ ਨੂੰ ਪੀਐਮ ਨੇ ਵੱਡਾ ਦਿਲ ਦਿਖਾ ਕੇ ਮਾਫ ਕਰ ਦਿੱਤਾ ਹੈ। ਜੰਤਰ ਮੰਤਰ ਤੇ ਜੋ ਕੁਝ ਹੋਇਆ ਦੇਸ਼ ਤੇ ਦੁਨੀਆ ਨੇ ਵੇਖਿਆ ਹੈ। ਕੁਝ ਸ਼ਰਾਰਤੀ ਬੱਚਿਆਂ ਨੇ ਗਾਲਾਂ ਕੱਢੀਆਂ। ਪੀਐਮ ਕਹਿੰਦੇ ਨੇ ਕਿ ਸਵਰਗੀ ਮਾਤਾ ਨੂੰ ਵੀ ਗਾਲਾਂ ਕੱਢੀਆਂ। ਉਹਨਾਂ ਬੱਚਿਆਂ ਨੂੰ ਮੈਂ ਮਾਫ ਕਰਦਾ ਹਾਂ। ਪ੍ਰਧਾਨ ਮੰਤਰੀ ਰਾਤ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ, ਪਬਲਿਸ਼ ਕੀਤੀ ਤੇ ਨਾਲ ਬੱਚਿਆਂ ਨੂੰ ਸਜ਼ਾ ਦੇਣ ਦੇ ਨਾਲ ਅਸੀਂ ਹਾਲਾਤ ਨਹੀਂ ਬਦਲ ਸਕਦੇ। ਸਮਾਜ ਵੀ ਮੇਰੀ ਇਸ ਗੱਲ ਨੂੰ ਮੰਨੇ। ਬੱਚਿਓ ਗਲਤੀ ਤੋਂ ਸਿੱਖਣਾ ਹੋਏਗਾ, ਅੱਗੇ ਵਧਣਾ ਹੋਏਗਾ। ਬਚਪਨ ਵਿੱਚ ਗਲਤੀਆਂ ਹੁੰਦੀਆਂ ਨੇ ਪਰ ਸੁਧਰਨ ਦਾ ਮੌਕਾ ਵੀ ਹੁੰਦਾ ਹੈ। ਸਾਡੀਆਂ ਬੇਟੀਆਂ ਅਜਿਹੀਆਂ ਭਾਸ਼ਾਵਾਂ ਅਜਿਹੇ ਬੋਲ ਨਹੀਂ ਬੋਲ ਸਕਦੀਆਂ। ਪੀਐਮ ਆਂਦੇ ਹੈ ਕਿ ਇਹ ਸਮਾਂ ਬੱਚਿਆਂ ਨੂੰ ਸਹੀ ਰਾਸਤਾ ਦਿਖਾਉਣ ਦਾ ਹੈ। हाय फ्रेंड्स, आज तो मन करता है बस आपसे ही बातें करूं। जंतर मंतर पर जो कुछ भी हुआ देश और दुनिया ने देखा है। कुछ शरारती बच्चों ने भद्दी भद्दी गालियां बोली। किसी भी सभ्य समाज को शोभा न दे ऐसे शब्दों का प्रयोग किया गया। मुझे तो गालियां दी गई, मेरी स्वर्गीय माता को भी गालियां दी गई। न जाने कितना भद्दा स्वरूप था। लेकिन मैं आज बात करना चाहता हूं कि बचपन में गलतियां होती हैं और बचपन में गलतियों से सुधरने का अवसर भी होता है और यही तो बचपना है।
और इसलिए मैं समाज के अंदर जो आक्रोश है उसको भली भांति समझ सकता हूं। एक कल्चरल शॉक है कि हमारी बेटियां इस प्रकार की भाषा कैसे बोल सकती हैं, लेकिन समय है इन बच्चों को गले लगा करके राह दिखाने का। एक गुमराह बच्चे हैं, उनको राह दिखाना हमारा काम है। उनको सजा देना, अदालतों के चक्कर कटवाना, समाज में उनको प्रताड़ित करना, इससे हम परिस्थितियां नहीं बदल पाएंगे। मैं उन्हें माफ करना चाहता हूं। समाज भी मेरी इस बात को स्वीकार करे, क्योंकि मेरे मन में एक ही भाव है। कभी कभी दांतों तले हमारी जीभ आ जाती है, खून निकल आता है, लेकिन हम दांत तोड़ते नहीं है, क्योंकि दांत भी हमारे हैं, जीभ भी हमारी है, ਬੱਚੇ ਵੀ ਹਮਾਰੇ। ਤਾਂ ਨੋਇਡਾ ਦੇ ਵਿੱਚ 0 ਨੰਬਰ FIR ਦਰਜ ਤੋਂ ਬਾਅਦ ਉਸ ਨਾਬਾਲਗ ਲੜਕੀ ਨੇ PM ਸਣੇ ਦੇਸ਼ ਤੋਂ ਮਾਫੀ ਮੰਗੀ ਹੈ। ਰੁਚਿਕਾ ਨਾਮ ਦੀ ਲੜਕੀ ਨੇ ਪ੍ਰਧਾਨ ਮੰਤਰੀ ਨੂੰ ਬਹੁਤ ਮਾੜੇ ਸ਼ਬਦ ਬੋਲੇ, ਜਿਸ ਤੋਂ ਬਾਅਦ ਹੁਣ ਮਾਫੀ ਮੰਗੀ ਜਾ ਰਹੀ है। जुलाई को मैं CP गई थी अपने फ्रेंड्स के साथ, फिर वहाँ पे प्रोटेस्ट हो रहा था। मैंने वहाँ पे कोप पी, वहाँ पे ग्रुप्स बने हुए थे बहुत सारे। वो लोग बहुत चीज़ें बोल रहे थे, बहुत गालियाँ दे रहे थे प्रधानमंत्री जी को। उन लोगों के इन्फ्लुएंस में आके कि तुम लोग भी बोलो, तुम लोग भी बोलो, कोई सब बोलो करके मैंने वहाँ बहुत चीज़ें बोली। मैं भी मात्र 15 साल की हूँ। मैंने जो करा वो माफ़ी के लायक नहीं था। मैंने बहुत गंदी चीज़ें बोली है, बट ये मेरी पहली और आखिरी गलती होगी। इसके बाद मैं ऐसा कुछ नहीं करूँगी, और ना ही वो चीज़ मैंने कभी पोस्ट की थी। मैं पूरे देश से माफ़ी मांगती हूँ। मैं इतनी शर्मिंदा हूँ, मैं अपनी नज़र भी नहीं उठा पा रही हूँ। मैं सबसे माफ़ी मांग रही हूँ, मुझे प्लीज़ माफ़ कर दीजिए, प्लीज़। तो उन बीजेपी के IT सेल पर कब केस किए जाएंगे जो इतने सालों से लड़कियों को गंदी गंदी गालियाँ ऑनलाइन दे रहे थे? क्या क्या शब्द इस्तेमाल नहीं कर रहे थे वो लड़कियों के लिए? कहीं से भी वो इज्जत नहीं कर रहे थे लड़कियों की, और वो लोग प्राउडली अपने बायो में लिखते थे फॉलोड बाय PM मोदी। ऐसे लोगों ने लड़कियों को गंदी गंदी गालियाँ दी है, उनके ऊपर केस कब होंगे? और बात बस बीजेपी IT सेल तक नहीं है, इनके मेंबर ऑफ पार्लियामेंट जो है रमेश बिधूड़ी जी, उन्होंने किन शब्दों का इस्तेमाल किया था एक फेलो मेंबर ऑफ पार्लियामेंट के लिए सबको याद है। यूपी के जो CM है योगी आदित्यनाथ, उनका एक वीडियो भी आया था जहाँ पर जो ANI का कैमरा पर्सन था उसके लिए भी उन्होंने गालियाँ दी थी। तो ये क्या चल रहा है? इस देश में 2 कानून चल रहे हैं क्या? यूथ के लिए एक अलग कानून है और बीजेपी और उनके नेताओं के लिए अलग कानून है। और गाली देना कोई अपराध नहीं है, गाली देना इज़ नॉट अ क्राइम। अगर कोई गाली देता है वो बुरा हो सकता है, वो बुरी बात हो सकती है, तो उसको आप समझाइए, उसको आप कहिए कि गाली मत दो। लेकिन केस किस बात पर किया जा रहा है? अगर गाली देने पर केस करना पड़े तो सबसे ज़्यादा केसेस जो होंगे वो बीजेपी IT सेल पर होंगे, क्योंकि सबसे ज़्यादा औरतों को गंदी गंदी गालियाँ उन्होंने ही दी है।